ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਨਵੀਂ ਵੀਡੀਓ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਤੁਸੀਂ ਇਹ ਨਾ ਸਮਝੋ ਪਿਛਲੀ ਵੀਡੀਓ ਦੇ ਵਿੱਚ ਕੁਐਸਚਨ ਸਿੰਪਲ ਜਿਹੇ ਸੀਗੇ, ਪਰ ਉਹ ਕੁਐਸਚਨ ਬਹੁਤ ਵਾਰ ਰਿਪੀਟ ਆਏ ਆ। ਵੈਸੇ ਵੀ ਆਪਣਾ ਪਹਿਲੀ ਵੀਡੀਓ ਸੀਗੀ, ਤਾਂ ਪਹਿਲੀ ਵੀਡੀਓ ਦੇ ਵਿੱਚ ਆਪਾਂ ਉਹ ਚੀਜ਼ਾਂ ਮੋਸਟਲੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਬਹੁਤਿਆਂ ਨੂੰ ਪਤਾ ਵੀ ਹੋਊਗੀ ਅਤੇ ਬਹੁਤਿਆਂ ਨੂੰ ਨਹੀਂ ਵੀ ਪਤਾ ਹੋਊਗੀ, ਕਿਉਂਕਿ ਆਪਾਂ ਬੇਸ 0 ਤੋਂ ਸਟਾਰਟ ਕਰਨਾ ਹੈ। ਤਾਂ ਆਪਾਂ ਉਹ ਸਾਰੇ ਹਾਈ ਲੈਵਲ ਦੇ ਕੁਐਸਚਨ ਕਰਾਂਗੇ ਜਿਹੜੇ PPSC ਦੇ ਵਿੱਚ ਆਉਣਗੇ, ਕੋਆਪਰੇਟਿਵ ਇੰਸਪੈਕਟਰ ਦੇ ਵਿੱਚ, ਨੈਬ ਤਹਿਸੀਲਦਾਰ ਦੇ ਵਿੱਚ, ਜਿੰਨੇ ਵੀ ਸਟੇਟ ਐਗਜ਼ਾਮ ਹੋਣਗੇ ਪੰਜਾਬ ਦੇ ਵਿੱਚ ਸਾਰੇ ਕੁਐਸਚਨ ਆਉਣ ਦੀ ਸੰਭਾਵਨਾ ਹੋਏਗੀ। ਤਾਂ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਤੋਂ। ਇਹ ਕਹਿੰਦੇ ਆ ਵਿਚ ਆਫ ਦਾ ਫੋਲੋਇੰਗ ਐਕਟ ਸੈਟਅਪ ਡਾਰਕੀ ਸਿਸਟਮ ਐਟ ਦਾ ਸੈਂਟਰਲ ਲੈਵਲ। ਹੁਣ ਜੇ ਡਾਰਕੀ ਸਿਸਟਮ ਸੈਂਟਰਲ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਇਹਦੀ ਇਸਟੈਬਲਿਸ਼ਮੈਂਟ ਕਦੋਂ ਹੋਈ। ਇਹਦੀ ਇਸਟੈਬਲਿਸ਼ਮੈਂਟ ਹੋਈ ਆ 1919 ਦੇ ਵਿੱਚ। ਠੀਕ ਹੈ ਦੋਸਤੋ, ਅਤੇ ਪਰ ਜੇ ਸੈਂਟਰਲ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਸੈਂਟਰ ਲੈਵਲ 'ਤੇ ਕਦੋਂ ਬਣੀ? ਗੌਰਮੈਂਟ ਆਫ ਇੰਡੀਆ ਐਕਟ 1935। ਅਤੇ ਇਹਦਾ ਰਾਈਟ ਆਨਸਰ ਕੀ ਹੋਏਗਾ? ਏ। ਅਗਲੇ ਕੁਐਸਚਨ ਵੱਲ ਦੇਖਦੇ ਹਾਂ ਆਪਾਂ। ਹਾਂਜੀ, ਅਗਲਾ ਕੁਐਸਚਨ ਦੇਖੋ ਬੀ। ਦ ਐਕਟ ਆਫ 1909 ਵਾਜ਼ ਐਸੋਸੀਏਟਡ ਵਿਦ। ਹੁਣ ਇਹ ਕੁਐਸਚਨ ਦਾ ਮੇਨ ਰੀਜ਼ਨ ਹੈ ਪੁੱਛਣ ਦਾ। ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਯਾਦ ਰੱਖਣੀ ਹੈ, 1909 ਦੇ ਵਿੱਚ ਸੈਪਰੇਟ ਇਲੈਕਟੋਰੇਟ ਇੰਟਰੋਡਿਊਸ ਕੀਤਾ ਸੀਗਾ। 1906 ਦੇ ਵਿੱਚ ਮੁਸਲਿਮ ਲੀਗ ਬਣੀ। ਮੁਸਲਿਮ ਲੀਗ ਨੇ ਇੱਕ ਡਿਮਾਂਡ ਰੱਖੀ ਸੀ ਵੀ ਸੇਫ ਇੱਕ ਆਪਣੀ ਸੈਪਰੇਟ ਇਲੈਕਟੋਰੇਟ ਕਰਨਾ, ਆਪਣੀ ਇੱਕ ਅਲੱਗ ਤੋਂ ਗੌਰਮੈਂਟ ਇਸਟੈਬਲਿਸ਼ ਕਰਨਾ। ਤਾਂ ਉਹ ਜਿਹੜੀ ਡਿਮਾਂਡ ਆ ਉਹ ਮੰਨੀ ਕਿੰਨੇ 'ਚ ਸੀਗਾ? ਉਹ ਡਿਮਾਂਡ ਮੰਨੀ ਗਈ ਸੀ 1909 ਦੇ ਵਿੱਚ। ਤਾਂ ਇਹਦਾ ਰਾਈਟ ਆਨਸਰ ਬਣੂਗਾ ਏ। ਅਗਲੇ ਕੁਐਸਚਨ ਵੱਲ ਚੱਲਦੇ ਹਾਂ ਜੀ। ਹੁਣ ਇਹਦੇ ਵਿੱਚੋਂ ਕਹਿੰਦੇ ਗੌਰਮੈਂਟ ਆਫ ਇੰਡੀਆ ਐਕਟ 1909 ਦਾ ਮੇਨ ਫੀਚਰ ਕਿਹੜੇ ਹੈਗੇ ਆ? ਹੁਣ ਆਪਾਂ ਨੂੰ ਪਹਿਲਾਂ ਪਤਾ, ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਵੀ ਇੰਟਰੋਡਿਊਸ ਜਿਹੜਾ ਕੀਤਾ ਗਿਆ ਸੀ ਡਾਇਰਕੀ ਸਿਸਟਮ, ਬਿਲਕੁਲ ਸਹੀ। ਹੁਣ ਆਪਾਂ ਹੁਣੇ ਪਿਛਲੇ ਕੁਐਸਚਨ ਦੇ ਵਿੱਚ ਆਹ ਲਾਈਨ ਦੇਖੀ ਹੈ, ਨਾਲੇ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਸੈਪਰੇਟ ਕਮਿਊਨਲ ਇਲੈਕਟੋਰੇਟ ਆਫ ਫੋਰ ਮੁਸਲਿਮ ਵਾਸਤੇ ਕਦੋਂ ਸਟਾਰਟ ਕੀਤਾ? 1909 ਦੇ ਵਿੱਚ। ਤਾਂ ਇਹ ਤਾਂ ਸਿੱਧੇ ਤੌਰ 'ਤੇ ਇਕੁਏਸ਼ਨ ਗਲਤ ਹੋ ਰਹੀ ਹੈ। ਤਾਂ ਤੀਜੀ ਇਕੁਏਸ਼ਨ ਬਿਲਕੁਲ ਰਾਈਟ ਹੈ ਜੀ। ਇਹਦਾ ਰਾਈਟ ਆਨਸਰ ਬਣਦਾ 1 ਅਤੇ 3, ਸੀ ਆਨਸਰ ਬਣੂਗਾ ਜੀ। ਓਕੇ ਜੀ, ਨੈਕਸਟ ਕੁਐਸਚਨ ਵੱਲ ਦੇਖਦੇ ਹਾਂ। ਉਹ ਕਹਿੰਦੇ ਵਿਚ ਆਫ ਦਾ ਫੋਲੋਇੰਗ ਐਕਟ ਇੰਟਰੋਡਿਊਸ ਦਾ ਪ੍ਰਿੰਸੀਪਲ ਆਫ ਕੌਂਸਟੀਟਿਊਸ਼ਨ ਆਟੋਕ੍ਰੇਸੀ। ਹੁਣ ਸਭ ਤੋਂ ਪਹਿਲਾਂ ਕਈਆਂ ਨੂੰ ਆਟੋਕ੍ਰੇਸੀ ਦਾ ਮਤਲਬ ਨਹੀਂ ਪਤਾ ਹੋਊਗਾ। ਆਟੋਕ੍ਰੇਸੀ ਦਾ ਮਤਲਬ ਹੁੰਦਾ ਤਾਨਾਸ਼ਾਹੀ। ਤਾਨਾਸ਼ਾਹੀ ਸਟਾਰਟ ਹੋਈ 1935 ਦੇ ਵਿੱਚ। ਇਹਦਾ ਆਨਸਰ ਹੈ ਸੀ। ਅਗਲੇ ਕੁਐਸਚਨ ਵੱਲ ਦੇਖਦੇ ਹਾਂ। ਇੰਡੀਅਨ ਲੈਜਿਸਲੇਚਰ ਵਾਜ਼ ਮੇਡ ਬਾਈ ਕੈਮਰਲ ਫੋਰ ਦਾ ਫਸਟ ਟਾਈਮ। ਹੁਣ ਬਾਈ ਕੈਮਰਲ ਪਹਿਲੀ ਵਾਰ ਕਦੋਂ ਹੋਇਆ? 1919 ਦੇ ਵਿੱਚ। ਇਹਦਾ ਆਨਸਰ ਸੀ ਆ। ਸੇਮ ਕੁਐਸਚਨ ਰਿਪੀਟ ਹੋ ਗਿਆ ਜੀ। ਇਹਦਾ ਆਨਸਰ ਤੁਸੀਂ ਆਪਣੇ ਆਪ ਕਰਨਾ। Which act for the first time made it possible for Indians to take some share in the administration of their country? ਹੁਣ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ, 1813 ਦੇ ਵਿੱਚ, 1833 ਦੇ ਵਿੱਚ। ਇਹ ਆਨਸਰ ਆਉਂਦਾ। The distribution of power between center and state as in the Constitution of India is based on which of the following plan? ਹੁਣ ਗੱਲ ਕੀਤੀ ਜਾਵੇ ਸੈਂਟਰ ਅਤੇ ਸਟੇਟ ਦੀਆਂ ਅਲੱਗ-ਅਲੱਗ ਪਾਵਰ ਹੁੰਦੀਆਂ ਨੇ, ਉਹਨਾਂ ਨੂੰ ਵੰਡਿਆ ਅਤੇ ਕਿਹੜੇ ਪਲਾਨ ਦੇ ਵਿੱਚ ਵੰਡਿਆ? ਤਾਂ ਇਹਦਾ ਰਾਈਟ ਆਨਸਰ ਬਣੂਗਾ ਸੀ। ਨੈਕਸਟ ਕੁਐਸਚਨ ਦੇਖਦੇ ਹਾਂ। ਉਹ ਕਹਿੰਦੇ ਫੈਡਰਲ ਸਿਸਟਮ ਐਂਡ ਹਾਇਰਾਰਕੀ ਐਟ ਦਾ ਸੈਂਟਰ ਵਾਜ਼ ਇੰਟਰੋਡਿਊਸ ਇਨ ਇੰਡੀਆ। ਹੁਣ ਵੈਸੇ ਤਾਂ ਜੇ ਹਾਇਰਾਰਕੀ ਦੀ ਗੱਲ ਕਰੀਏ ਤਾਂ ਇੰਟਰੋਡਿਊਸ ਕੀਤਾ ਗਿਆ 1919 ਦੇ ਵਿੱਚ, ਪਰ ਉਹ ਕਹਿੰਦੇ ਸੈਂਟਰ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ, ਅਤੇ ਉਹ ਹੈਗਾ ਰਾਈਟ ਆਨਸਰ ਇਹਦਾ ਸੀ, 1935।
The provision for the establishment of All India Federation was included in the ਹੁਣ ਉਹ ਕਹਿੰਦੇ ਆ ਜਿਹੜੀ ਆਲ ਇੰਡੀਆ ਫੈਡਰੇਸ਼ਨ ਇਸਟੈਬਲਿਸ਼ਮੈਂਟ ਹੋਈ ਇਹਦੀ ਕਿਹੜੇ ਮਤਲਬ ਪਲਾਨ ਦੇ ਵਿੱਚ ਹੋਈ ਤਾਂ ਉਹ ਹੈਗਾ ਇਹਦਾ ਰਾਈਟ ਆਨਸਰ ਇਹ 1935 ਗਵਰਨਮੈਂਟ ਆਫ ਇੰਡੀਆ ਐਕਟ। ਵਿਚ ਆਫ ਦਾ ਫੋਲੋਇੰਗ ਐਕਟ ਪ੍ਰੋਵਾਈਡ ਦਾ ਫੈਡਰਲ ਪੋਲਿਟੀ ਇਨ ਇੰਡੀਆ। ਹੁਣ ਫੈਡਰਲ ਪੋਲਿਟੀ ਕਿਹੜਾ ਐਕਟ ਪ੍ਰੋਵਾਈਡ ਕਰਾਉਂਦਾ ਤਾਂ ਗਵਰਨਮੈਂਟ ਆਫ ਇੰਡੀਆ ਐਕਟ 1935। ਇਹਦਾ ਆਨਸਰ ਸੀ ਬਣੂਗਾ ਜੀ, ਸੌਰੀ ਹਾਂਜੀ ਸੀ ਆਨਸਰ ਹੈ ਜੀ। In the federation established under the Act 1935 residuary power were given to the ਉਹ ਕਹਿੰਦੇ ਜਿਹੜੀਆਂ ਬਚੀਆਂ ਖੁਚੀਆਂ ਜਿਹੜੀਆਂ ਸ਼ਕਤੀਆਂ ਸੀਗੀਆਂ ਉਹ ਕਿਹਦੇ ਕੋਲ ਚਲੀਆਂ ਗਈਆਂ ਗਵਰਨਰ ਜਨਰਲ ਕੋਲ। ਰਾਈਟ ਆਨਸਰ ਬਣੂਗਾ ਸੀ। ਹੁਣ ਇਹ ਕੁਐਸਚਨ ਦੇ ਵਿੱਚ ਇਹ ਪੁੱਛ ਰਿਹਾ ਕਿ ਜਿਹੜਾ ਇੰਪੋਰਟੈਂਟ ਐਂਡ ਪਰਮਾਨੈਂਟ ਕੌਂਸਟੀਟਿਊਐਂਟ ਦੇ ਹਿਸਟਰੀ ਕੌਂਸਟੀਟਿਊਸ਼ਨ ਹਿਸਟਰੀ ਆਫ ਇੰਡੀਆ ਦੇ ਵਿੱਚ ਅਡੋਪਟ ਨਹੀਂ ਕੀਤਾ ਗਿਆ 1935 ਦੇ ਵਿੱਚ। ਜੇ ਗੱਲ ਕੀਤੀ ਜਾਵੇ ਤਾਂ ਬੀ ਵੀ ਰਾਈਟ ਆ, ਸੀ ਵੀ ਰਾਈਟ ਆ ਅਤੇ ਡੀ ਵੀ ਰਾਈਟ ਆ। ਅਤੇ ਇਹ ਆਪਾਂ ਕਿਹਨਾਂ ਤੋਂ ਲਿਆ ਰਿਟਨ ਕੌਂਸਟੀਟਿਊਸ਼ਨ ਦਾ ਆਈਡੀਆ ਆਪਾਂ ਕਿਹੜੀ ਕੰਟਰੀ ਤੋਂ ਲਿਆ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਦੋਸਤੋ। ਅਗਲੇ ਕੁਐਸਚਨ ਵੱਲ ਦੇਖਦੇ ਹਾਂ। ਹੁਣ ਬ੍ਰਹਮਾ ਇੰਡੀਆ ਤੋਂ ਕਦੋਂ ਸੈਪਰੇਟ ਹੋਇਆ? ਇਹ ਹੋਇਆ 1935 ਦੇ ਵਿੱਚ। ਇਹਦਾ ਰਾਈਟ ਆਨਸਰ ਹੈ ਸੀ। ਇਨ ਹਾਊ ਮੈਨੀ ਪ੍ਰੋਵਿੰਸਿਸ ਵਾਜ਼ ਕਾਂਗਰਸ ਮਿਨਿਸਟਰੀ ਫੋਰਮਡ ਇਨ ਦਾ ਇਲੈਕਸ਼ਨ ਆਫ ਦਾ ਈਅਰ 1937। 1937 ਦੇ ਵਿੱਚ ਇੱਕ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਰੱਖਣਾ ਪੈਣਾ ਵੀ 1937 ਦੇ ਵਿੱਚ ਇਲੈਕਸ਼ਨ ਹੋਏ, ਠੀਕ ਹੈ। ਤਾਂ ਇਹਦਾ ਆਨਸਰ ਰਾਈਟ ਬਣੂਗਾ 8 ਕਾਂਗਰਸ ਮਿਨਿਸਟਰ ਬਣੇ ਕਿੰਨਿਆਂ ਵਿੱਚੋਂ 11 ਦੇ ਵਿੱਚੋਂ। ਆਊਟ ਆਫ 11 ਦੇ ਵਿੱਚੋਂ 8 ਮਿਨਿਸਟਰ ਬਣੇ ਕਾਂਗਰਸ ਦੇ। The proposal for framing the Constitution of India by elected Constituent Assembly was made by ਹੁਣ ਇਹਦਾ ਰਾਈਟ ਆਨਸਰ ਆ ਸੀ। Who among the following person was not a member of the cabinet mission? ਉਹ ਕਹਿੰਦੇ ਜਦੋਂ ਕੈਬਨਿਟ ਮਿਸ਼ਨ ਆਇਆ ਸੀਗਾ 1946 ਦੇ ਵਿੱਚ 1946 ਦੇ ਵਿੱਚ ਕੈਬਨਿਟ ਮਿਸ਼ਨ ਆਇਆ ਜਿੱਥੇ ਆਪਾਂ ਅਡੋਪਟ ਕੀਤਾ ਸੀਗਾ ਕੌਂਸਟੀਟਿਊਸ਼ਨ ਬਣਾਉਣ ਦਾ ਆਈਡੀਆ। ਤਾਂ ਇਹਦੇ ਵਿੱਚ ਕ੍ਰਿਪਸ ਵੀ ਮੈਂਬਰ ਸੀਗਾ, ਠੀਕ ਹੈ, ਲਵਾਰੈਂਸ ਵੀ ਸੀਗਾ ਅਤੇ ਅਲੈਗਜ਼ੈਂਡਰ ਵੀ ਸੀਗਾ। ਤਾਂ ਇਹ ਇਹਦਾ ਮੈਂਬਰ ਨਹੀਂ ਸੀਗਾ। ਤਾਂ ਇਹਦਾ ਰਾਈਟ ਆਨਸਰ ਹੋ ਗਿਆ ਏ। ਇੰਡੀਅਨ ਕੌਂਸਟੀਟਿਊਐਂਟ ਅਸੈਂਬਲੀ ਵਾਜ਼ ਐਸਟੈਬਲਿਸ਼ ਅੰਡਰ ਹੁਣੇ ਆਪਾਂ ਗੱਲ ਕੀਤੀ ਹੈ 1946 ਕੈਬਨਿਟ ਮਿਸ਼ਨ ਪਲਾਨ ਆਇਆ ਉਹ। ਇਹਦਾ ਰਾਈਟ ਆਨਸਰ ਹੈ ਸੀ। ਉਹ ਕਹਿੰਦੇ ਕਿ ਟੈਂਪਰੇਰੀ ਗਵਰਨਮੈਂਟ ਫਾਰਮਡ ਹੋਈ ਸੀ 1946 ਦੇ ਵਿੱਚ ਅਤੇ ਉਹਦਾ ਵਾਈਸ ਪ੍ਰੈਜ਼ੀਡੈਂਟ ਆਫ ਐਗਜ਼ੀਕਿਊਟਿਵ ਕੌਂਸਲ ਕਿਹਨੂੰ ਬਣਾਇਆ ਗਿਆ ਸੀਗਾ ਅਤੇ ਉਹ ਸੀਗਾ ਜਵਾਹਰ ਲਾਲ ਨਹਿਰੂ। Who of the following was not member of the national government formed in August 1946 ਦੇ ਵਿੱਚ? ਉਹ ਕਹਿੰਦੇ ਜਦੋਂ ਟੈਂਪਰੇਰੀ ਜਿਹੜੀ ਗਵਰਨਮੈਂਟ ਬਣੀ ਸੀਗੀ 1946 ਦੇ ਵਿੱਚ ਤਾਂ ਉਹਦਾ ਜਿਹੜਾ ਟੈਂਪਰੇਰੀ ਬਣਾਇਆ ਗਿਆ ਸੀਗਾ ਮੈਂਬਰ, ਜਿਹੜੇ ਮੈਂਬਰ ਸੀਗੇ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹੈ ਨਾ। ਇਹ ਪੁੱਛ ਰਿਹਾ ਜਿਹੜਾ ਮੈਂਬਰ ਨਹੀਂ ਸੀ ਰਾਜਾ ਗੋਪਾਲਚਾਰਿਆ ਪਤਾ ਆਪਾਂ ਨੂੰ, ਰਜਿੰਦਰ ਪ੍ਰਸਾਦ ਪਤਾ ਆਪਾਂ ਨੂੰ, ਜਗਜੀਵਨ ਇਹ ਵੀ ਪਤਾ ਆਪਾਂ ਨੂੰ, ਇਹ ਵੀ ਮੈਂਬਰ ਸੀਗੇ ਰਜਿੰਦਰ ਪ੍ਰਸਾਦ ਵੀ ਸੀਗੇ ਹੈ ਨਾ। ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ ਸੀ ਰਾਧਾ ਕ੍ਰਿਸ਼ਨ ਬਣੇ ਸੀਗੇ। ਉਹ ਰਾਧਾ ਕ੍ਰਿਸ਼ਨ ਨਹੀਂ ਬਣੇ ਸੀ ਮੈਂਬਰ। Who gave the idea of the Constituent Assembly first for the formation of Constitution for India? In the right answer है स्वराज पार्टी। In the right answer है स्वराज पार्टी। पहली बार डिमांड की स्वराज पार्टी ने कॉन्स्टिट्यूएंट असैंबली की। एम एन रॉय ने आइडिया दिता सी कॉन्स्टिट्यूशन का। विच ऑफ द फॉलोइंग स्टेटमेंट ट्रू इन रिलेशन द कॉन्स्टिट्यूएंट असैंबली? हुण वो कहंदे इहदे विच ट्रू किहड़ी आ
ਅਸੈਂਬਲੀ ਉਹ ਬੇਸਡ ਔਨ ਅਡਲਟ ਸਫਰੇਜ, ਗਲਤ ਆ ਜੀ, ਇਹ ਤਾਂ ਰੋਂਗ ਆ ਜੀ। ਦ ਅਸੈਂਬਲੀ ਵੋਜ਼ ਅ ਰਿਜ਼ਲਟ ਆਫ ਡਾਇਰੈਕਟ ਇਲੈਕਸ਼ਨ, ਇਹਦੇ 'ਤੇ ਵੀ ਆਪਾਂ ਗੱਲ ਕਰਦੇ ਹਾਂ। ਅਸੈਂਬਲੀ ਵੋਜ਼ ਏ ਮਲਟੀ